ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਧਿਆਇ 6ਵਾਂ ਸੁੰਭ ਯੁੱਧ ਵਰਣਨ। ਭੁਜੰਗ ਪ੍ਰਯਾਤ ਛੰਦ। ਲਘੂ ਪ੍ਰਾਤ ਜੁਜਿਓ ਸੁਨਿਓ ਸੁੰਭ ਰਾਇਨ। ਰਾਜਾ ਸੁੰਭ ਨੇ ਜਦੋਂ ਭਰਾ ਦੇ ਮਾਰੇ ਜਾਣ ਦੀ ਖਬਰ ਸੁਣੀ, ਸਜੇ ਸ਼ਸਤਰ ਅਸਤਰਨ ਚੜਿਓ ਚੌਪ ਚਾਇਨ। ਤਦੋਂ ਉਸਨੇ ਅਸਤਰ ਅਤੇ ਸ਼ਸਤਰ ਸਜਾਏ ਅਤੇ ਬੜੇ ਚਾਅ ਨਾਲ ਯੁੱਧ ਲਈ ਚੜ ਚੱਲਿਆ। ਪਇਓ ਨਾਦ ਊਚਨ ਰਹਿਓ ਪੂਰ ਗਿਆਨਨ। ਬਹੁਤ ਜ਼ੋਰ ਦਾ ਨਾਦ ਹੋਇਆ ਤੇ ਸਾਰਾ ਆਕਾਸ਼ ਗੂੰਜ ਉੱਠਿਆ। ਤਨਸਨ ਦੇਵਤਾ ਦੈਤ ਕੰਪਿਓ ਤ੍ਰਿਨੈਣਨ। ਉਸ ਦੈਤ ਕੋਲੋਂ ਦੇਵਤੇ ਡਰ ਗਏ ਸਨ ਅਤੇ ਤ੍ਰਿਨੈਣਨ ਸ਼ਿਵ ਡਰ ਗਿਆ। ਡਰਿਓ ਚਾਰ ਬਕੰਤਰਨ ਡਰਿਓ ਦੇਵ ਰਾਜਨ। ਬ੍ਰਹਮਾ ਚਾਰ ਬਕੰਤਰਨ ਡਰ ਗਿਆ ਅਤੇ ਦੇਵਰਾਜ ਇੰਦਰ ਵੀ ਡੋਲ ਗਿਆ। ਡਿਗੇ ਪਬ ਸਰਬਨ ਸ੍ਰਜੇ ਸੁਭ ਸਾਜਨ। ਸਾਰੇ ਪਰਬਤ ਡਿੱਗ ਪਏ ਸਨ। ਉਸ ਦੈਤ ਨੇ ਚੰਗੀ ਤਰ੍ਹਾਂ ਸੈਨਿਕ ਸਾਜ ਸਜਾਇਆ ਹੋਇਆ ਸੀ। ਪਰੇ ਹੂਹ ਦੈ ਕੇ ਪਰੇ ਲੋਹ ਕ੍ਰੋਹਨ। ਉਹ ਕ੍ਰੋਧ ਨਾਲ ਲਾਲ ਹੋਏ ਹੂਹਾ ਕਰਦੇ ਇੰਜ ਲੱਗ ਰਹੇ ਸਨ, ਮਨੋ ਮੇਰ ਕੋ ਸਾਤਵੋ ਸ੍ਰਿੰਗ ਸੋਹਨ। ਮਾਨੋ ਸੁਮੇਰ ਪਰਬਤ ਦੀ 7ਵੀਂ ਚੋਟੀ ਹੋਵੇ। ਸਜਿਓ ਸੈਨ ਸੁਭਨ ਕੀਓ ਨਾਦ ਊਚਨ। ਸੁੰਭ ਨੇ ਸੈਨਾ ਸਜਾਈ ਅਤੇ ਉੱਚਾ ਨਾਦ ਕੀਤਾ। ਸੁਣੇ ਗਰਭਣੀਆਂ ਨੇ ਗਰਭ ਮੁੰਚਨ। ਜਿਸ ਨੂੰ ਸੁਣ ਕੇ ਗਰਭਿਤ ਇਸਤਰੀਆਂ ਦੇ ਗਰਭਪਾਤ ਹੋ ਗਏ। ਪਰਿਓ ਲੋਹ ਕ੍ਰੋਹਨ ਉੱਠੀ ਸ਼ਸਤਰ ਚਾਰਨ। ਕ੍ਰੋਧਵਾਨ ਸ਼ੂਰਵੀਰਾਂ ਦਾ ਲੋਹਾ ਖੜਕਣ ਲੱਗਿਆ ਅਤੇ ਸ਼ਸਤਰ ਦੇ ਵੱਜਣ ਨਾਲ ਚਿੰਗਾਰੀਆਂ ਉੱਠਣ ਲੱਗੀਆਂ। 24 ਚਾਵੜੀ ਡਾਕਣੀਆਂ ਡਕਾਰਨ। ਚੁੜੇਲਾਂ ਬੋਲ ਰਹੀਆਂ ਸਨ ਅਤੇ ਡਾਕਣੀਆਂ ਡਕਾ ਰਹੀਆਂ ਸਨ। ਬਹੇ ਸ਼ਸਤਰ ਅਸਤਰਨ ਕਟੇ ਚਰਮ ਬਰਨਨ। ਅਸਤਰ ਅਤੇ ਸ਼ਸਤਰ ਚੱਲ ਰਹੇ ਸਨ ਅਤੇ ਡਾਲਾਂ ਦੇ ਕਵਚ ਬਰਮਨ ਕੱਟੇ ਜਾ ਰਹੇ ਸਨ। ਪਲੇ ਕੈ ਨਿਬਾਹਿਓ ਪਟਨ ਸੁਆਮ ਧਰਮਨ। ਸੂਰਮੇ ਸੁਆਮੀ ਧਰਮ ਨੂੰ ਚੰਗੀ ਤਰ੍ਹਾਂ ਨਿਭਾ ਰਹੇ ਸਨ। ਉੱਠੀ ਖੂਹ ਜੂਹਨ ਗਿਰੇ ਚੌਰ ਚੀਰਨ। ਰਣਭੂਮੀ ਵਿੱਚ ਸ਼ੋਰ ਮਚ ਗਿਆ ਸੀ ਅਤੇ ਚੋਰ ਅਤੇ ਬਸਤਰ ਡਿੱਗ ਰਹੇ ਸਨ। ਰੁਲੇ ਤਚ ਮੁੰਛਨ ਪਰੀ ਕੱਛ ਤੀਰਨ। ਵੱਡੇ ਟੁੱਕੇ ਸਰੀਰ ਰੁਲ ਰਹੇ ਸਨ ਅਤੇ ਤੀਰਾਂ ਦੀ ਬੌਛਾਰ ਹੋ ਰਹੀ ਸੀ। ਗਿਰੇ ਅੰਕੁਸਨ ਬਾਰੁਣਨ ਪੀਰ ਖੇਤਨ। ਰਣਭੂਮੀ ਵਿੱਚ ਅੰਕੁਸ਼ ਹਾਥੀ ਅਤੇ ਸੂਰਵੀਰ ਡਿੱਗ ਰਹੇ ਸਨ।
ਨਚੇ ਕੰਧ ਹੀਣਨ ਕਬੰਧਨ ਅਚੇਤਨ, ਮੋਢਿਆਂ ਤੋਂ ਬਿਨਾਂ ਧੜ ਅਚੇਤ ਨੱਚ ਰਹੇ ਸਨ। ਉਡੇ ਗਿਰਦ ਬ੍ਰਿੰਦਨ ਰੜੇ ਕੰਕ ਬੰਕਨ, ਵੱਡੀਆਂ ਗਿੱਧਾਂ ਉੱਡ ਰਹੀਆਂ ਸਨ ਅਤੇ ਭਿਆਨਕ ਕਾ ਸ਼ੋਰ ਪਾ ਰਹੇ ਸਨ। ਪਕਾ ਟੁੰਕ ਪੇਰੀ ਡਾਹ ਟੂਹ ਡੰਕਨ, ਢੇਰੀਆਂ ਤੋਂ ਪੱਕ ਪੱਕ ਅਤੇ ਡੱਗੀਆਂ ਤੋਂ ਡਹਿ ਡਹਿ ਆਵਾਜ਼ ਨਿਕਲ ਰਹੀ ਸੀ। ਟਕਾ ਟੁੱਕ ਟੋਪਣ ਡਕਾ ਡੁੱਕ ਡਾਲਨ, ਟਕ ਟਕ ਟੋਪਾਂ ਦੀ ਡਕ ਡਕ ਡਾਲਾਂ ਦੀ ਆਵਾਜ਼ ਆ ਰਹੀ ਸੀ। ਤਛਾ ਮੁੱਛ ਤੇਂਗਨ ਬਕੇ ਬਿਕਰਾਲਨ, ਤਲਵਾਰਾਂ ਭਿਆਨਕ ਸ਼ਬਦ ਕਰਦੀਆਂ ਹੋਈਆਂ ਵੱਡਾ ਟੁਕੀ ਕਰ ਰਹੀਆਂ ਸਨ। ਹਲਾ ਚਾਲ ਬੀਰਨ ਤਮਾ ਤਮ ਸਾਗਨ, ਵੀਰ ਯੋਧਿਆਂ ਵਿੱਚ ਹਿਲਜੁਲ ਹੋ ਰਹੀ ਸੀ ਅਤੇ ਬਰਛੀਆਂ ਦੇ ਲੱਗਣ ਨਾਲ ਤਮ ਤਮ ਦੀ ਆਵਾਜ਼ ਨਿਕਲ ਰਹੀ ਸੀ। ਪਰੀ ਹਾਲ ਹੂਲਨ ਸੁਣਿਓ ਲੋਕ ਨਾਗਨ, ਇਤਨਾ ਹੱਲਾ ਗੁੱਲਾ ਹੋ ਰਿਹਾ ਸੀ ਕਿ ਪਾਤਾਲ ਨਾਗ ਲੋਕ ਵਿੱਚ ਸੁਣਾਈ ਪੈ ਰਿਹਾ ਸੀ। ਡਕੀ ਡਾਗਣੀ ਜੋਗਣੀਅਨ ਬਿਤਾਲਨ, ਡਾਕਣੀਆਂ ਜੋਗਣਾ ਅਤੇ ਬੈਤਾਲ ਬੋਲਦੇ ਸਨ। ਨਚੇ ਕੰਧ ਹੀਣਨ ਕਬੰਧਨ ਕਪਾਲਨ, ਬਿਨਾਂ ਸਿਰ ਅਤੇ ਮੋਢਿਆਂ ਦੇ ਧੜ ਨੱਚ ਰਹੇ ਸਨ। ਹਸੇ ਦੇਵ ਸਰਬਨ ਰਿਸਰਿਓ ਦਾਨ ਵੇਸਨ, ਸਾਰੇ ਦੇਵਤੇ ਹੱਸ ਰਹੇ ਸਨ ਅਤੇ ਦੈਂਤ ਰਾਜਾ ਕ੍ਰੋਧਵਾਨ ਹੋ ਰਿਹਾ ਸੀ। ਕਿਦੋ ਅਗਨ ਜੁਆਲਨ ਪਇਓ ਆਪ ਪੇਸਨ, ਮਾਨੋ ਉਸ ਦਾ ਸਰੂਪ ਅਗਨੀ ਦੀ ਲਾਟ ਵਰਗਾ ਹੋਵੇ। ਦੋਹਰਾ। ਸੁਭਾ ਸੁਰ ਜੇਤਿਕ ਅਸੁਰ ਪਠੇ ਕੋਪ ਬਡਾਏ, ਸੁੰਭ ਦੈਂਤ ਨੇ ਕ੍ਰੋਧ ਵਧਾ ਕੇ ਜਿਤਨੇ ਵੀ ਦੈਂਤ ਯੁੱਧ ਭੂਮੀ ਵਿੱਚ ਭੇਜੇ ਹੋਏ ਸਨ, ਤੇ ਦੇਵੀ ਸੋਖਤ ਕਰੇ ਬੂੰਦ ਤਵਾ ਕੀ ਨਿਆਏ, ਉਹਨਾਂ ਨੂੰ ਦੇਵੀ ਨੇ ਇਸ ਤਰ੍ਹਾਂ ਨਸ਼ਟ ਕਰ ਦਿੱਤਾ ਜਿਵੇਂ ਤੱਤੇ ਤਵੇ ਉੱਤੇ ਪੈਂਦਿਆਂ ਪਾਣੀ ਦੀ ਬੂੰਦ ਸੁੱਕ ਜਾਂਦੀ ਹੈ। ਨਰਾਜ ਛੰਦ। ਸੁਬੀਰ ਸੈਣ ਸਜ ਕੇ, ਚੰਗੀਆਂ ਸੂਰਵੀਰਾਂ ਦੀ ਫੌਜ ਸਜਾ ਕੇ, ਚੜਿਓ ਸੂ ਕੋਪ ਗਜ ਕੇ, ਪੂਰੇ ਕ੍ਰੋਧ ਨਾਲ ਗਜਦਾ ਹੋਇਆ ਸੁੰਭ ਚੜ ਪਿਆ। ਚਲਿਓ ਸੂ ਸ਼ਸਤਰ ਤਾਰ ਕੇ, ਉਹ ਸ਼ਸਤਰ ਤਾਰ ਕੇ ਚੱਲ ਪਿਆ। ਪੁਕਾਰ ਮਾਰ ਮਾਰ ਕੇ, ਮਾਰੋ ਮਾਰੋ ਪੁਕਾਰਦਾ ਹੋਇਆ। ਸੰਗੀਤ ਮਧੁਪਾਰ ਛੰਦ। ਕਾਗੜ ਰੰਦਨ ਕੜਾਕ ਕੜਾਕ ਕੜਾਕ, ਤਾਗੜੰਦਨ ਤੜਾਕ, ਅਤੇ ਤਾੜ ਤਾੜ ਦੀ ਧੁਨੀ ਹੋ ਰਹੀ ਸੀ। ਸਾਗੜੰਦਨ ਸੁਬੀਰ, ਗਾਗੜੰਦਨ ਗਹੀਰ, ਸੂਰਵੀਰ ਗੜਗੜ ਕਰਦੇ ਹਨ, ਗਰਜ ਰਹੇ ਸਨ। ਨਾਗੜੰਦਨ ਨਿਸਾਨ, ਨਾਦ ਕਰ ਰਹੇ ਸਨ। ਜਾਗੜੰਦਨ ਜੁਆਨ, ਜੁਆਨ ਜੂਝ ਰਹੇ ਸਨ। ਨਾਗੜਦੀ ਨਿਹੰਗ, ਮਗਰਮੱਛਾਂ ਵਾਂਗ ਇੱਕ ਦੂਜੇ ਨੂੰ ਪਕੜਦੇ ਸਨ। ਪਾਗੜੰਦੀ ਪਲੰਗ, ਅਤੇ ਚਿੱਤਰਿਆਂ ਵਾਂਗ ਉਛਲ ਕੇ ਪੈਂਦੇ ਸਨ। ਤਾਗੜਦੀ ਤਮਕ, ਗੁੱਸੇ ਨਾਲ ਤਾੜਦੇ ਹੋਏ। ਤਾਗੜਦੀ ਲਹਕ, ਦਗ ਦਗ ਕਰ ਰਹੇ ਸਨ। ਕਾਗੜੰਦਨ ਕਿਰਪਾਲ, ਸੂਰਵੀਰ ਕਠੋਰ ਕਿਰਪਾਨਾਂ ਨੂੰ ਬਾਹੇ ਜੁਆਨ ਚਲਾ ਰਹੇ ਸਨ। ਖਾਗੜਦੀ ਖਤੰਗ, ਖਰ ਖਰ ਕਰਦੇ ਤੀਰ। ਨਾਗੜਦੀ ਨਿਹੰਗ, ਸੂਰਮਿਆਂ ਨੇ ਫੜੇ ਹੋਏ ਸਨ। ਛਾਗੜਦੀ ਛੁਟੰਤ, ਛਾਗੜਦੀ ਛੁਟੰਤ, ਛੜ ਛੜ ਕਰਦੇ ਛੁੱਟਦੇ ਸਨ। ਆਗੜਦੀ ਉਡੰਤ, ਅਤੇ
ਅੱਗੋਂ ਆੜ ਵਾਲਿਆਂ ਨੂੰ ਉਡਾਉਂਦੇ ਜਾਂਦੇ ਸਨ। ਪਾਗੜਦੀ ਪਵੰਗ, ਪਗੜੀਆਂ ਵਾਲੇ ਯੋਧੇ ਘੋੜੇ ਪਵੰਗ, ਸਾਗੜਦੀ ਸੁਪੰਗ ਅਤੇ ਸੁੰਦਰ ਅੰਗਾਂ ਵਾਲੇ, ਜਾਗੜਦੀ ਜੁਆਨ, ਸੂਰਮੇ ਜਗ੍ਹਾ ਜਗ੍ਹਾ ਉੱਤੇ ਜੁਆਨ, ਚਾਗੜਦੀ ਜੂਝਾਨ, ਝਗੜਦੇ ਅਤੇ ਜੂਝਦੇ ਸਨ। ਚਾਗੜਦੀ ਚੜੰਗ, ਚੜ ਚੜ ਕਰ ਚੜ੍ਹਦੇ ਸਨ। ਕਾਗੜਦੀ ਕੜੰਗ, ਕੜ ਕੜ ਕਰਦੇ ਕੜਕਦੇ ਸਨ। ਤਾਗੜਦੀ ਤੜਾਕ, ਤੜ ਤੜ ਕਰਦੇ ਗੋਲੇ ਨਿਕਲਦੇ ਸਨ। ਚਾਗੜਦੀ ਚਟਾਕ ਅਤੇ ਚੜ ਚੜ ਕਰਦੇ ਬਰਛੇ ਵੱਜਦੇ ਸਨ। ਕਾਗੜਦੀ ਕਬਾਕ, ਕੜ ਕੜ ਪੇਟ ਵਿੱਚ ਗੋਲੇ ਵੱਜਦੇ ਸਨ। ਪਾਗੜਦੀ ਪਪਾਕ, ਪੜ ਪੜ ਕਰਦੇ ਜ਼ਖਮਾਂ ਦੇ ਮੂੰਹ ਖੁੱਲ੍ਹਦੇ ਸਨ। ਕਾਗੜਦਨ ਕਪਾਲ, ਯੁੱਧ ਭੂਮੀ ਵਿੱਚ ਕਪਾਲੀ ਕਾਲਕਾ ਨੱਚੀ ਵਿਕਰਾਲ, ਭਿਆਨਕ ਰੂਪ ਧਾਰਨ ਕਰਕੇ ਨੱਚ ਰਹੀ ਸੀ। ਨਰਾਜ ਛੰਦ। ਅਨੰਤ ਦੁਸ਼ਟ ਮਾਰੀਅਨ, ਅਨੰਤ ਦੁਸ਼ਟਾਂ ਨੂੰ ਮਾਰ ਕੇ ਬੇਅੰਤ ਸੋਕ ਟਾਰੀਅਨ, ਦੁਰਗਾ ਨੇ ਬੇਅੰਤ ਦੁੱਖ ਦੂਰ ਕਰ ਦਿੱਤੇ। ਕਮੰਦ ਅੰਧ ਉੱਠੀਅਨ, ਅੰਨੇ ਵਾਹ ਧੜ ਉੱਠ ਰਹੇ ਸਨ। ਬਿਸੇਖ ਬਾਣ ਉੱਡੀਅਨ ਅਤੇ ਵਿਸ਼ੇਸ਼ ਢੰਗ ਨਾਲ ਤੀਰ ਚਲਾਉਂਦੇ ਸਨ। ਕੜਕਾ ਕਰਮੁਕਨ ਉਦਨ, ਧਨੁਸਾਂ ਕਰਮੁਕਨ ਦੀ ਕੜਾਕ ਕੜਾਕਦੀ ਉੱਚੀ ਧੁਨੀ। ਸੜਾਕ ਸਹਿਤੀ ਜੁਦਨ ਅਤੇ ਸੜ ਸੜ ਕਰਦੀਆਂ ਸਹਿਤੀਆਂ ਦੀ ਆਵਾਜ਼ ਹੋ ਰਹੀ ਸੀ। ਬੇਅੰਤ ਬਾਣ ਪਰਖਿਅਨ, ਬੇਅੰਤ ਸੂਰਮੇ ਬਾਣਾਂ ਦੀ ਵਰਖਾ ਕਰਦੇ ਸਨ। ਬਿਸੇਖ ਬੀਰ ਪਰਖਿਅਨ ਅਤੇ ਵਿਸ਼ੇਸ਼ ਸੂਰਮਿਆਂ ਦੀ ਪਰਖ ਹੋ ਰਹੀ ਸੀ। ਸੰਗੀਤ ਨਰਾਜ ਛੰਦ। ਕੜਾਕੜੀ ਕਿਰਪਾਣਯਨ, ਕਿਰਪਾਨਾਂ ਦੀ ਕੜਕ ਕੜਕ ਦੀ ਆਵਾਜ਼ ਹੁੰਦੀ ਸੀ। ਜਟਾ ਜੁਟੀ ਜੋਯਾਣਯਨ, ਜੁਆਨ ਇੱਕ ਦੂਜੇ ਨਾਲ ਗੁੱਥਮ ਗੁੱਥਾ ਹੋ ਰਹੇ ਸਨ। ਸੁਬੀਰ ਜਾਗੜੰਦਨ ਜਗੇ, ਸੂਰਵੀਰ ਉੱਤੇ ਜਿੱਤ ਸਨ। ਲੜਾਕ ਲਾਗੜੰਦਨ ਪਗੇ ਅਤੇ ਲੜਾਕਿਆਂ ਨਾਲ ਆ ਕੇ ਲੜ ਰਹੇ ਸਨ। ਰਸਾਵਲ ਛੰਦ। ਚਮੀ ਤੇਗ ਚੰਟਨ, ਸੂਰਮੇ ਚਟਪਟ ਤੇਗਾਂ ਚਮਕਾਉਂਦੇ ਸਨ। ਛੁਰੀ ਛਿਪਰ ਛੁੰਟਨ, ਛੁਰੀਆਂ ਨੂੰ ਤੇਜ਼ੀ ਨਾਲ ਚਲਾਉਂਦੇ ਸਨ। ਗੁਰਨ ਗੁਰਜ ਗੰਟਨ, ਭਾਰੀ ਗੁਰਨ ਗੁਰਜਾਂ ਨੂੰ ਗਟ ਗਟ ਕਰਦੇ। ਪਲੰਗਨ ਪਿਸਟਨ, ਸ਼ੇਰ ਦੀ ਪਿੱਠ ਉੱਤੇ ਮਾਰਦੇ ਸਨ। ਕਿਤੇ ਸ਼੍ਰੋਣ ਚੰਟਨ, ਕਿਤੇ ਗਿੱਦੜ ਦੀ ਸੁਰਮੀਆਂ ਦਾ ਲਹੂ ਚੱਟ ਰਹੇ ਸਨ। ਕਿਤੇ ਸੀਸ ਫੁੱਟਣ, ਕਿਤੇ ਸਿਰ ਫੁੱਟ ਪਏ ਸਨ। ਕਹੂੰ ਹੂੰ ਛੂਟਣ, ਕਿਤੇ ਹੱਲਾ ਗੁੱਲਾ ਹੋ ਰਿਹਾ ਸੀ। ਕਹੂੰ ਵੀਰ ਉੱਠਣ ਅਤੇ ਕਿਤੇ ਵੀਰ ਯੋਧੇ ਫਿਰ ਉੱਠ ਖੜੋਤੇ ਸਨ। ਕਹੂੰ ਤੂਰ ਲੁੱਟਣ, ਕਿਤੇ ਸੂਰਮੇ ਧੂੜ ਵਿੱਚ ਲੇਟੇ ਪਏ ਸਨ। ਕਿਤੇ ਮਾਰ ਰਟਣ, ਕਿਤੇ ਮਾਰੋ ਮਾਰੋ ਬੋਲ ਰਹੇ ਸਨ। ਪਣੋ ਜਸ ਪਟਨ, ਕਿਤੇ ਪਟ ਲੋਕ ਯਸ਼ ਗਾ ਰਹੇ ਸਨ। ਕਿਤੇ ਪੇਟ ਫਟਣ ਅਤੇ ਕਿਤੇ ਪਾਟੇ ਹੋਏ ਪੇਟ ਪਏ ਸਨ। ਭਜੇ ਛਤਰ ਤਟਨ, ਕਿਤੇ ਛਤਰਾਂ ਨੂੰ ਤਾਰਨ ਕਰਨ ਵਾਲੇ ਭਜੇ ਜਾਂਦੇ ਸਨ। ਕਿਤੇ ਖੂਨ ਖੱਟਣ, ਕਿਤੇ ਖੂਨ ਵਹਾਇਆ ਜਾ ਰਿਹਾ ਸੀ। ਕਿਤੇ ਦੁਸ਼ਟ ਡਟਣ, ਕਿਤੇ ਦੁਸ਼ਟਾਂ ਨੂੰ ਨਸ਼ਟ ਕੀਤਾ ਜਾ ਰਿਹਾ ਸੀ। ਫਿਰੇ ਜਿਉ ਹਰਟਣ, ਕਿਤੇ ਅਤੇ ਕਿਤੇ ਵੀਰ ਯੋਧੇ ਹਰਟ ਵਾਂਗ ਫਿਰ ਰਹੇ ਸਨ। ਸਜੇ ਸੂਰ ਸਾਰੇ, ਸਾਰੇ ਸੂਰਵੀਰ ਸਜੇ ਹੋਏ ਸਨ। ਮਹਿਕੋ ਆਸ ਤਾਰੇ, ਉਹਨਾਂ ਨੇ ਹੱਥ ਵਿੱਚ ਧਨੁਸ਼ ਤਾਰੇ ਹੋਏ ਸਨ। ਲਏ ਖਗ ਆਰੇ, ਹੱਥ ਵਿੱਚ ਖੰਡੇ ਲਏ ਹੋਏ ਸਨ। ਮਾਹਾ ਰੋਹ ਵਾਰੇ ਅਤੇ ਬਹੁਤ ਕ੍ਰੋਧ ਵਾਲੇ ਸਨ।
ਸਹੀ ਰੂਪ ਕਾਰੇ। ਠੀਕ ਉਸ ਤਰ੍ਹਾਂ ਦੇ ਕਾਲੇ ਸਨ। ਮਨੋ ਸਿੰਧੂ ਖਾਰੇ, ਮਾਨੋ ਖਾਰਾ ਸਮੁੰਦਰ ਹੋਵੇ। ਕਈ ਬਾਰ ਗਾਰੇ, ਭਾਵੇਂ ਦੁਰਗਾ ਨੇ ਉਹਨਾਂ ਨੂੰ ਕਈ ਵਾਰ ਨਸ਼ਟ ਕੀਤਾ ਸੀ। ਸੋ ਮਾਰਨ ਉਚਾਰੇ, ਪਰ ਉਹ ਫਿਰ ਵੀ ਮਾਰੋ ਮਾਰੋ ਪੁਕਾਰਦੇ ਸਨ। ਭਵਾਨੀ ਪਛਾੜੇ, ਭਵਾਨੀ ਨੇ ਉਹਨਾਂ ਨੂੰ ਪਛਾੜ ਦਿੱਤਾ। ਜਵਾਂ ਜੇ ਮਚਾਰੇ, ਜਿਵੇਂ ਜਵਾਹੇ ਨੂੰ ਚੌਮਾਸੇ ਦੀ ਬਰਖਾ ਸਾੜ ਦਿੰਦੀ ਹੈ। ਵਡੇਈ ਲੁਝਾਰੇ, ਜਿਹੜੇ ਬਹੁਤ ਲੜਾਕੇ ਹੁਤੇ ਜੇ ਹੀਏ ਵਾਰੇ ਅਤੇ ਤਕੜੇ ਹੌਸਲੇ ਵਾਲੇ ਸਨ। ਏਕੰਬਾਰ ਟਾਰੇ, ਦੇਵੀ ਨੇ ਦੈਂਤ ਵੀਰਾਂ ਨੂੰ ਇੱਕ ਵਾਰ ਤਾਂ ਉਖਾੜ ਸੁੱਟਿਆ ਸੀ। ਟਮਨ ਠੋਕ ਠਾਰੇ ਅਤੇ ਮਾਰ ਮਾਰ ਕੇ ਠੰਡਾ ਕਰ ਦਿੱਤਾ ਸੀ। ਬਲੀ ਮਾਰ ਡਾਰੇ, ਬੜੇ ਬੜੇ ਬਲਵਾਨਾਂ ਨੂੰ ਮਾਰ ਦਿੱਤਾ ਸੀ। ਡਮਕੇ ਡਡਾਰੇ, ਡੱਡਾ ਦੀ ਡਮ ਡਮ ਦੀ ਧੁਨੀ ਲਗਾਤਾਰ ਹੋ ਰਹੀ ਹੈ। ਬਹੇ ਬਾਣ ੜਿਆਰੇ, ਅਣਿਆਰੇ ਤੀਰ ਚੱਲਦੇ ਸਨ। ਕਿਤੇ ਤੀਰ ਤਾਰੇ, ਉਹਨਾਂ ਤੀਰਾਂ ਨੇ ਕਿਤਨੇ ਯੁੱਧਵੀਰ ਪਾਰ ਕਰ ਦਿੱਤੇ ਸਨ। ਲੱਖੇ ਹੱਥ ਬਾਰੇ, ਕਈ ਬਲਵਾਨ ਯੋਧੇ ਦੇਵੀ ਨੂੰ ਵੇਖ ਕੇ ਦੀਵਾਨੇ ਦੀਦਾਰੇ ਸੁੱਧ ਬੁੱਧ ਭੁਲਾ ਬੈਠੇ ਸਨ। ਹਣੇ ਭੂਮ ਪਾਰੇ, ਦੇਵੀ ਨੇ ਕਈਆਂ ਦੈਂਤਾਂ ਨੂੰ ਮਾਰ ਕੇ ਭੂਮੀ ਉੱਤੇ ਪਾ ਦਿੱਤਾ। ਕਿਤੇ ਸਿੰਘ ਫਾਰੇ ਅਤੇ ਕਈਆਂ ਨੂੰ ਸ਼ੇਰ ਨੇ ਪਾੜ ਸੁੱਟਿਆ। ਕਿਤੇ ਆਪ ਬਾਰੇ, ਕਿਤਨੇ ਹੀ ਵੱਡੇ ਵੱਡੇ ਅਹੰਕਾਰੀ ਦੈਂਤਾਂ ਨੂੰ ਜਿੱਤੇ ਦੈਂਤ ਭਾਰੇ, ਦੇਵੀ ਨੇ ਆਪ ਹੀ ਜਿੱਤ ਲਿਆ। ਦਿੱਤੇ ਅੰਤ ਹਾਰੇ, ਉਹ ਸਾਰੇ ਅੰਤ ਨੂੰ ਹਾਰ ਗਏ। ਵਡੇਈ ਅੜਿਆਰੇ, ਜਿਹੜੇ ਬਹੁਤ ਅੜੀਅਲ ਸਨ। ਖਰੇਹੀ ਬਰਿਆਰੇ, ਖਰੂਦੀ ਅਤੇ ਧੱਕਾ ਕਰਨ ਵਾਲੇ ਸਨ। ਕਰੂਰਨ ਕਰਾਰੇ, ਕਠੋਰ ਅਤੇ ਜ਼ਾਲਮ ਸਨ। ਲਪਕੇ ਲਲਾਹੇ, ਜਿਨ੍ਹਾਂ ਦੇ ਮੱਥੇ ਚਮਕਦੇ ਸਨ। ਅਰੀਲੇ ਅਰਿਆਰੇ, ਅੜੀਅਲ ਅਤੇ ਆਕੜ ਖਾਨ ਸਨ। ਹਣੇ ਕਾਲ ਕਾਰੇ, ਉਹਨਾਂ ਕਾਲੀਆਂ ਦੈਂਤਾਂ ਨੂੰ ਕਾਲਕਾ ਨੇ ਮਾਰ ਦਿੱਤਾ। ਭਜੇ ਰੋਹ ਵਾਰੇ, ਅਤੇ ਬਹੁਤ ਕ੍ਰੋਧ ਕਰਨ ਵਾਲੇ ਰਣਭੂਮੀ ਵਿੱਚੋਂ ਭੱਜ ਗਏ। ਦੋਹਰਾ, ਇਹ ਬਿਧ ਦੁਸ਼ਟ ਪ੍ਰਜਾਰ ਕੇ ਸ਼ਸਤਰ ਅਸਤਰ ਕਰ ਲੀਨ। ਇਸ ਤਰ੍ਹਾਂ ਦੁਸ਼ਟਾਂ ਨੂੰ ਨਸ਼ਟ ਕਰਕੇ ਦੇਵੀ ਨੇ ਹੱਥ ਵਿੱਚ ਅਸਤਰ ਅਤੇ ਸ਼ਸਤਰ ਫੜ ਲਏ। ਬਾਣ ਬੂੰਦ ਪ੍ਰਥਮੇ ਬਰਖ, ਸਿੰਘ ਨਾਦ ਪੁੰਨ ਕੀ। ਪਹਿਲਾਂ ਬਰਖਾਂ ਦੀਆਂ ਬੂੰਦਾਂ ਵਾਂਗ ਬਾਣਾਂ ਦੀ ਵਾਛੜ ਲਈ ਅਤੇ ਫਿਰ ਸਿੰਘ ਨਾਦ ਕੀਤਾ। ਰਸਾਵਲ ਛੰਦ। ਸੁਣਿਓ ਸੁੰਭ ਰਾਇਨ, ਜਦੋਂ ਸੁੰਭ ਰਾਜੇ ਨੇ ਇਹ ਸੁਣਿਆ, ਚੜਿਓ ਚੋਪ ਚਾਇਨ, ਤਾਂ ਬੜੇ ਉਤਸ਼ਾਹ ਨਾਲ ਜੰਗ ਕਰਨ ਲਈ ਚੜ ਪਿਆ। ਸਜੇ ਸ਼ਸਤਰ ਪਾਣਨ, ਹੱਥਾਂ ਵਿੱਚ ਸ਼ਸਤਰ ਸਜਾ ਕੇ ਚੜੇ ਜੰਗ ਜੁਆਣਨ। ਦੈਂਤ ਸੈਨਿਕ ਯੁੱਧ ਲਈ ਨਿਕਲ ਪਏ। ਲੱਗੇ ਢੋਲ ਡੰਕੇ, ਢੋਲਾਂ ਉੱਤੇ ਡੱਗੇ ਵੱਜਣ ਲੱਗੇ। ਕਮਾਣਨ ਕੜੰਕੇ, ਕਮਾਨਾਂ ਕੜਕਣ ਲੱਗੀਆਂ। ਪਏ ਨਦ ਨਾਦਨ, ਤੌਂਸੀਆਂ ਦੇ ਨਾਦ ਹੋਣ ਲੱਗੇ। ਤੁਰਨ ਨਿਰਬਿਖਾਦਨ, ਅਤੇ ਉਹਨਾਂ ਦੀ ਧੁਨੀ ਲਗਾਤਾਰ ਹੋਣ ਲੱਗੀ। ਚਮਕੀ ਕਿਰਪਾਣਨ, ਕਿਰਪਾਨਾਂ ਚਮਕ ਰਹੀਆਂ ਸਨ। ਹਠੇ ਤੇਜ ਮਾਣਨ, ਹਠੀ ਯੋਧੇ ਤੇਜ ਉੱਤੇ ਮਹਾਬੀਰ ਹੁੰਕੇ ਮਾਣ ਕਰ ਰਹੇ ਸਨ। ਸੂ ਨਿਸ਼ਾਨ ਦੁਰੰਕੇ, ਤੌਂਸੀਆਂ ਦੀ ਗੂੰਜ ਉੱਠ ਰਹੀ ਸੀ। ਚਹੂੰ ਔਰ ਗਰਜੇ, ਚੌਹਾਂ ਪਾਸਿਆਂ ਤੋਂ ਦੈਂਤ ਗਰਜ ਰਹੇ ਸਨ। ਸਭੇ ਦੇਵ ਲਰਜੇ, ਸਾਰੇ ਦੇਵਤੇ ਕੰਬ ਰਹੇ ਸਨ। ਸਰਨ ਤਾਰ ਬਰਖੇ, ਬਾਣਾਂ ਦੀ ਬਰਖਾ ਹੋ ਰਹੀ ਸੀ। ਮਾਇਆ ਪਾਣ ਪਰਖੇ, ਮਾਤਾ ਦੁਰਗਾ ਦੇ ਹੱਥਾਂ ਦਾ ਮਜ਼ਾ ਦੈਂਤ ਚਖ ਰਹੇ ਸਨ। ਚੌਪਈ। ਜੇ ਲਈ
शस्त्र सामोहे तय, ਜਿਹੜੇ ਦੈਂਤ ਸ਼ਸਤਰ ਲੈ ਕੇ ਦੁਰਗਾ ਦੇ ਸਾਹਮਣੇ ਆਏ, ਤਿਤੇ ਨਿਧਨ ਕਹੂੰ ਪ੍ਰਾਪਤ ਪਏ, ਉਹਨਾਂ ਸਾਰਿਆਂ ਦੀ ਮ੍ਰਿਤੂ ਹੋ ਗਈ। ਚਮਕਤ ਪਈ ਅਸਨ ਕੀ ਤਾਰਾ, ਕਿਰਪਾਨਾਂ ਦੀ ਤਾਰ ਚਮਕਾ ਮਾਰ ਰਹੀ ਸੀ। ਭਬਕੇ ਰੁੰਡ ਮੁੰਡ ਬਿਕਰਾਰਾ, ਸਿਰ ਅਤੇ ਧੜ ਭਿਆਨਕ ਢੰਗ ਨਾਲ ਭਬਕ ਰਹੇ ਸਨ। ਦੋਹਰਾ। ਹੈ ਗਏ ਰਥ ਪੈਦਲ ਕਟੇ, ਬਚਿਓ ਨ ਜੀਵਤ ਕੋਏ, ਘੋੜੇ ਹਾਥੀ ਰਥ ਅਤੇ ਪੈਦਲ ਕੱਢ ਦਿੱਤੀ ਗਈ ਸੀ। ਚੌਹਾਂ ਤਰ੍ਹਾਂ ਦੀ ਸੈਨਾ ਕੱਢ ਦਿੱਤੀ ਗਈ ਸੀ, ਉਹਨਾਂ ਵਿੱਚੋਂ ਕੋਈ ਵੀ ਜਿਉਂਦਾ ਨਹੀਂ ਬਚਿਆ ਸੀ। ਤਬ ਆਪੇ ਨਿਕਸਿਓ ਨ੍ਰਿਪਤ ਸੁੰਭ ਕਰੇ ਸੋ ਹੋਏ, ਤਦ ਦੈਂਤ ਰਾਜਾ ਆਪ ਨਿਤਰਿਆ। ਇੰਜ ਪ੍ਰਤੀਤ ਹੋਣ ਲੱਗਾ ਕਿ ਹੁਣ ਜੋ ਉਹ ਕਰੇਗਾ ਉਹੀ ਹੋਏਗਾ। ਚੌਪਈ। ਸਿਵਦੂਤੀ ਇਤ ਦੁਰਗਾ ਬੁਲਾਈ, ਦੇਵੀ ਦੁਰਗਾ ਨੇ ਆਪਣੇ ਕੋਲ ਸ਼ਿਵਦੂਤੀ ਨੂੰ ਬੁਲਾਇਆ। ਕਾਨ ਲਾਗ ਨੀ ਕੇ ਸਮਝਾਈ, ਉਸ ਨੂੰ ਕੰਨ ਵਿੱਚ ਇਹ ਗੱਲ ਚੰਗੀ ਤਰ੍ਹਾਂ ਸਮਝਾਈ। ਸ਼ਿਵ ਕੋ ਭੇਜ ਦੀਜੀਏ ਤਹਾਂ, ਕਿ ਸ਼ਿਵ ਨੂੰ ਉੱਥੇ ਭੇਜ ਦਿਓ। ਦੈਤ ਰਾਜ ਸਥਿਤ ਹੈ ਜਹਾਂ, ਜਿੱਥੇ ਦੈਂਤ ਰਾਜਾ ਖੜੋਤਾ ਹੈ। शिवदूती जब इम सुन पावा, शिवदूती ने जद ए सुनिया, सिवही दूत कर उते पठावा, तद शिव ਨੂੰ ਦੂਤ ਬਣਾ ਕੇ ਉੱਥੇ ਭੇਜ ਦਿੱਤਾ। ਸਿਵਦੂਤੀ ਤਾਂ ਤੇ ਪਇਓ ਨਾਮਾ, ਤਦ ਤੋਂ ਦੁਰਗਾ ਦਾ ਨਾਂ ਸ਼ਿਵਦੂਤੀ ਪੈ ਗਿਆ। ਜਾਨਤ ਸਕਲ ਪੁਰਖ ਅਰ ਬਾਮਾ, ਇਸ ਗੱਲ ਨੂੰ ਸਭ ਇਸਤਰੀਆਂ ਅਤੇ ਮਰਦ ਜਾਣਦੇ ਹਨ। ਸਿਵ ਕਹੇ ਦੈਤ ਰਾਜ ਸੁਨ ਬਾਤਾ, ਸ਼ਿਵ ਨੇ ਜਾ ਕੇ ਕਿਹਾ ਕਿ ਹੇ ਦੈਤ ਰਾਜੇ ਮੇਰੀ ਗੱਲ ਸੁਣ। ਇਹ ਬਿਦ ਕਹਿਓ ਤੁਮਹੋ ਜਗ ਮਾਤਾ, ਤੈਨੂੰ ਦੁਰਗਾ ਮਾਤਾ ਨੇ ਇਸ ਤਰ੍ਹਾਂ ਕਿਹਾ ਹੈ। ਦੇਵਨ ਕੇ ਦੈ ਕੇ ਠਕੁਰਾਈ, ਕਿ ਜਾਂ ਤਾਂ ਦੇਵਤਿਆਂ ਨੂੰ ਬਾਦਸ਼ਾਹੀ ਦੇ ਦਿਓ, ਕਿ ਮਾਂਡਹੋ ਹਮ ਸੰਗ ਲੜਾਈ, ਜਾਂ ਫਿਰ ਮੇਰੇ ਨਾਲ ਯੁੱਧ ਕਰੋ। ਦੈਤ ਰਾਜ ਇਹ ਬਾਤ ਨਾ ਮਾਨੀ, ਦੈਤ ਰਾਜ ਨੇ ਗੱਲ ਨਾ ਮੰਨੀ। ਆਪ ਚਲੇ ਜੂਜਨ ਅਭਿਮਾਨੀ, ਉਹ ਅਭਿਮਾਨੀ ਦੁਰਗਾ ਨਾਲ ਲੜਨ ਲਈ ਆਪ ਤੁਰ ਪਿਆ। ਗਰਜਤ ਕਾਲ ਕਾਲ ਜਯੋ ਜਹਾਂ, ਜਿੱਥੇ ਕਾਲਕਾ ਕਾਲ ਵਾਂਗ ਗਰਜ ਰਹੀ ਸੀ। ਪ੍ਰਾਪਤ ਪਇਓ ਅਸੁਰ ਪਤ ਤਹਾਂ, ਉੱਥੇ ਦੈਂਤ ਰਾਜਾ ਜਾ ਪਹੁੰਚਿਆ। ਚਮਕੀ ਤਹਾਂ ਅਸਨ ਕੀ ਤਾਰਾ, ਉੱਥੇ ਕਿਰਪਾਨਾਂ ਦੀ ਤਾਰ ਚਮਕ ਰਹੀ ਸੀ। ਨਾਚੇ ਭੂਤ ਪ੍ਰੇਤ ਬੈਤਾਰਾ, ਭੂਤ ਪ੍ਰੇਤ ਅਤੇ ਬੈਤਾਲ ਨੱਚਣ ਲੱਗ ਪਏ। ਫਰਕੇ ਅੰਧ ਕਬੰਧ ਅਚੇਤਾ, ਅੰਨੇ ਵਾਹ ਤੜ ਅਚੇਤ ਹੋ ਕੇ ਤੜਫਣ ਲੱਗੇ। ਬਿਬਰੇ ਭੈਰਵ ਭੀਮ ਅਨੇਕਾ, ਅਨੇਕਾਂ ਭਿਆਨਕ ਅਤੇ ਵੱਡੇ ਆਕਾਰ ਵਾਲੇ ਭੈਰੋ ਬੋਲਣ ਲੱਗ ਪਏ। ਤੁਰਹੀ ਢੋਲ ਨਗਾਰੇ ਬਾਜੇ, ਤੁਰੀਆਂ ਢੋਲ ਨਗਾਰੇ ਵੱਜਣ ਲੱਗੇ। ਭਾਂਤ ਭਾਂਤ ਜੋਧਾਰਨ ਗਾਜੇ, ਭਾਂਤ ਭਾਂਤ ਦੇ ਜੋਧੇ ਰਣਭੂਮੀ ਵਿੱਚ ਗੱਜਣ ਲੱਗੇ। ਟੱਡ ਟਫ ਡਮਰੂ ਡੁਗਡੁਗੀ ਕਨੀ, ਅਣਗਿਣਤ ਡੰਡਾ ਡਮਰੂ ਅਤੇ ਡੁਗਡੁਗੀਆਂ। ਨਾਈ ਨਫੀਰੀ ਜਾਤ ਨਾ ਗਨੀ, ਸ਼ਹਿਨਾਈਆਂ ਤੂਤੀਆਂ ਵੱਜਣ ਲੱਗੀਆਂ। ਮਧੂਪਾੜ ਛੰਦ।
ਹੁੰਕੇ ਕਿਕਾਣ ਘੋੜੇ ਹਿਣਕ ਰਹੇ ਸਨ। ਤੁੰਕੇ ਨਿਸ਼ਾਨ ਤੌਂਸੇ ਗੁੰਜ ਰਹੇ ਸਨ। ਸਜੇ ਸੁਬੀਰ ਸੂਰਮੇ ਸਜੇ ਹੋਏ ਸਨ। ਗਜੇ ਗਹੀਰ ਗੰਭੀਰ ਸੁਰ ਨਾਲ ਗੱਜ ਰਹੇ ਸਨ। ਝੁਕੇ ਨਿਚਕ ਹੋ ਕੇ ਇੱਕ ਦੂਜੇ ਉੱਤੇ ਝੁਕੇ ਹੋਏ ਸਨ। ਬਜੇ ਉਬਕ ਸਚੇਤ ਯੋਧੇ ਭਿੜ ਰਹੇ ਸਨ। ਸਜੇ ਸੁਬਾਹ ਸੁੰਦਰ ਯੋਧੇ ਸਜੇ ਹੋਏ ਸਨ। ਅਛੇ ਉਛਾਹ ਅਪਚਰਾਵਾਂ ਦਾ ਉਤਸ਼ਾਹ ਵਧ ਰਿਹਾ ਸੀ। ਕਟੇ ਕਿਕਾਣ ਕਈ ਘੋੜੇ ਕੱਟੇ ਪਏ ਸਨ। ਫੂਟੇ ਜਵਾਨ ਕਈਆਂ ਦੇ ਮੂੰਹ ਫਟੇ ਪਏ ਸਨ। ਸੂਲਨ ਸੜਾਕ ਕਿਤੇ ਤ੍ਰਿਸ਼ੂਲ ਦੀ ਸੜਾਕ ਹੁੰਦੀ ਸੀ। ਉੱਠੇ ਕੜਾਕ ਅਤੇ ਕਿਤੇ ਕੜਾਕ ਦੀ ਆਵਾਜ਼ ਉੱਠਦੀ ਸੀ। ਗਜੇ ਜੁਆਨ ਗੱਜ ਰਹੇ ਸਨ। ਬਜੇ ਨਿਸ਼ਾਨ ਤੌਂਸੇ ਟਰੰਪਟਸ ਵੱਜ ਰਹੇ ਸਨ। ਸਜੇ ਰਜੇਂਦਰ ਰਾਜੇ ਸਜੇ ਹੋਏ ਸਨ। ਗਜੇ ਗਜੇਂਦਰ ਹਾਥੀਆਂ ਵਾਲੇ ਸੈਨਾਪਤੀ ਗੱਜ ਰਹੇ ਸਨ। ਭੁਜੰਗ ਪ੍ਰਿਆਛਨ ਫਿਰੇ ਬਾਜੀਅਨ ਤਾਜੀਅਨ ਇਤ ਊਂਤਨ ਉੱਤਮ ਅਰਬੀ ਘੋੜੇ ਇੱਧਰ ਉੱਧਰ ਫਿਰਦੇ ਸਨ। ਗਜੇ ਬਾਰਨਨ ਦਾਰੁਣਨ ਰਾਜਪੁੱਤਰਾਂ ਦੇ ਹਾਥੀ ਭਿਆਨਕ ਢੰਗ ਨਾਲ ਗਰਜ ਰਹੇ ਸਨ। ਬਜੇ ਸੰਖ ਪੇਰੀ ਉੱਠੇ ਸੰਖ ਨਾਦਨ ਪੇਰੀਆਂ ਅਤੇ ਸੰਖਨ ਵੱਜ ਰਹੇ ਹਨ ਅਤੇ ਸੰਖਾਂ ਵਿੱਚ ਨਾਦ ਨਿਕਲ ਰਿਹਾ ਸੀ। ਰਣਕੇ ਨਫੀਰੀ ਤੁਣ ਨਿਰਬਿਖਾਦਨ ਤੂਤੀਆਂ ਦੀ ਧੁਨੀ ਨਿਰੰਤਰ ਚੱਲ ਰਹੀ ਸੀ। ਕੜਕੇ ਕਿਰਪਾਣਨ ਸੜਕਾਰ ਸੇਲਨ ਤਲਵਾਰਾਂ ਕੜ ਕਰਦੀਆਂ ਸਨ। ਬਰਛੇ ਸੜ ਕਰਦੇ ਸਨ। ਉੱਠੀ ਖੂਹ ਜੂਹਨ ਪਈ ਰੇਲ ਪੇਲਨ ਯੁੱਧ ਭੂਮੀ ਵਿੱਚ ਰੌਲਾ ਪੈ ਗਿਆ ਸੀ। ਧੱਕਮ ਧੱਕੀ ਹੋ ਰਹੀ ਸੀ। ਰੁਲੇ ਤੱਚ ਮੁੱਛਨ ਗਿਰੇ ਚੌਰ ਚੀਰਨ ਕਿਤੇ ਸਰੀਰ ਦੇ ਟੋਟੇ ਰੁਲ ਰਹੇ ਸਨ ਅਤੇ ਕਿਤੇ ਚੌਰ ਅਤੇ ਬਸਤਰ ਡਿੱਗੇ ਹੋਏ ਸਨ। ਕਹੂੰ ਹੱਥ ਮੰਥਨ ਕਹੂੰ ਬਰਮ ਪੀਰਨ ਕਿਤੇ ਹੱਥ ਅਤੇ ਕਿਤੇ ਸਿਰ ਅਤੇ ਕਿਤੇ ਯੋਧਿਆਂ ਦੇ ਕਵਚ ਡਿੱਗੇ ਪਏ ਸਨ। ਰਸਾਵਲ ਛੰਦ ਬਲੀ ਬੈਰ ਰੁੱਝੇ ਬਲਵਾਨ ਸੂਰਮੇ ਵੈਰ ਭਾਵ ਨਾਲ ਉਲਝ ਪਏ ਸਨ। ਸਮੂਹ ਸਾਰ ਜੂਝੇ ਸਾਰੇ ਸ਼ਸਤਰਾਂ ਨਾਲ ਜੂਝ ਰਹੇ ਸਨ। ਸੰਭਾਰੇ ਹਥਿਆਰਾਂ ਨੂੰ ਸੰਭਾਲ ਕੇ ਬਕੇ ਮਾਰਨ ਮਾਰੋ ਦਾ ਰੌਲਾ ਪਾ ਰਹੇ ਸਨ। ਸਭੇ ਸ਼ਸਤਰ ਸਜੇ ਸਾਰੇ ਮਹਾਨ ਯੋਧੇ ਸ਼ਸਤਰ ਸਜਾ ਕੇ ਮਹਾਵੀਰ ਗਰਜ ਰਹੇ ਸਨ। ਸਰਨ ਓਗ ਛੁੱਟੇ ਤੀਰਾਂ ਦੀ ਵਾਛੜ ਹੋ ਰਹੀ ਸੀ। ਕੜਕਾਰ ਉੱਠੇ ਕਾੜ ਦੀ ਧੁਨੀ ਉੱਠ ਰਹੀ ਸੀ। ਬਜੇ ਬਾਦਰੀ ਤੇਨ ਬਾਜੇ ਵੱਜ ਰਹੇ ਸਨ। ਹਸੇ ਗਾਦਰ ਬੇਅਨ ਗੰਧਰਵ ਹੱਸ ਰਹੇ ਸਨ। ਝੰਡਾ ਗੱਡ ਝੂਟੇ ਸੂਰਮੇ ਝੰਡੇ ਗੱਡ ਕੇ ਆਪਸ ਵਿੱਚ ਜੁਟੇ ਹੋਏ ਸਨ। ਸਰਨ ਸੰਜ ਫੂਟੇ ਤੀਰਾਂ ਨਾਲ ਕਵਚ ਫੁੱਟ ਰਹੇ ਸਨ। ਚਹੂੰ ਔਰ ਉਠੇ ਸੂਰਵੀਰ ਚੌਹਾਂ ਪਾਸਿਆਂ ਤੋਂ ਖੜੋ ਗਏ ਸਨ। ਸਰਨ ਬ੍ਰਿਸ਼ਟ ਬੂਠੇ ਤੀਰਾਂ ਦੀ ਵਰਖਾ ਕਰ ਰਹੇ ਸਨ। ਕਰੋਧੀ ਕਰਾਲਨ ਕ੍ਰੋਧੀ ਅਤੇ ਭਿਆਨਕ ਵੀਰ ਯੋਧੇ ਬਕੇ ਬਿਕਰਾਲਨ ਬਕਵਾਦ ਕਰ ਰਹੇ ਸਨ। ਭੁਜੰਗ ਪ੍ਰਿਆਛਨ ਕਿਤੇ ਕੋਠੀਅਨ ਬੁੱਠੀਅਨ ਬ੍ਰਿਸ਼ਟ ਬਾਣਨ ਕਿਤੇ ਕੁੱਠੇ ਜਾ ਰਹੇ ਸਨ ਕਿਤੇ ਬਾਣਾਂ ਦਾ ਮੀਂਹ ਵਰ ਰਿਹਾ ਸੀ। ਰਣਨ ਡੁਲਿਅਨ ਬਾਜ ਖਾਲੀ ਪਲਾਣਨ ਕਿਤੇ ਰਣ ਭੂਮੀ ਵਿੱਚ ਖਾਲੀ ਕਾਠੀਆਂ ਵਾਲੇ ਘੋੜੇ ਫਿਰਦੇ ਸਨ। ਜੁਝੇ ਜੋਧੀਅਨ ਵੀਰ ਦੇਵਨ ਅਦੇਵਨ
ਦੈਂਤ ਅਤੇ ਦੇਵਤੇ ਸੂਰਮੇ ਆਪਸ ਵਿੱਚ ਲੜ ਰਹੇ ਸਨ। ਸਭੇ ਸ਼ਸਤਰ ਸਾਜਾ ਮਨੋ ਸਾਤ ਨੇਵਨ। ਸਭ ਨੇ ਸ਼ਸਤਰ ਸਜਾਏ ਹੋਏ ਸਨ। ਇੰਜ ਪ੍ਰਤੀਤ ਹੁੰਦਾ ਸੀ ਮਾਨੋ ਭੀਸ਼ਣ ਪਿਤਾਮਾ ਸਾਂਤਨੇਵਨ ਹੋਣ। ਗਜੇ ਗਜੀਅਨ ਸਰਬ ਸਜੇ ਪਵੰਗਨ। ਸਾਰੇ ਗਾਜੀ ਗਰਜਦੇ ਸਨ। ਉਹਨਾਂ ਦੇ ਘੋੜੇ ਸਜੇ ਹੋਏ ਸਨ। ਜੁਦਨ ਜੁਟੀਅਨ ਜੋਧ ਛੁਟੇ ਖਤੰਗਨ। ਜੋਧੇ ਯੁੱਧ ਵਿੱਚ ਜੁਟੇ ਹੋਏ ਸਨ ਅਤੇ ਤੀਰ ਛੁੱਟ ਰਹੇ ਸਨ। ਤੜਕੇ ਤੰਬਲਨ ਚੜੰਕੇ ਕਿਰਪਾਲਨ। ਤਬਲੇ ਵੱਜਦੇ ਸਨ। ਕਿਰਪਾਨਾਂ ਚਟਕ ਰਹੀਆਂ ਸਨ। ਸੜਕਾਰ ਸੇਲਨ ਰਣਕੇ ਨਿਸਾਨਣ। ਬਰਛੇ ਸਰੜ ਸਰੜ ਕਰਦੇ ਸਨ। ਦੌਂਸੇ ਗੂੰਜਦੇ ਸਨ। ਟਮਾਟਮ ਟੋਲਨ ਟਲਾ ਟੁਗ ਡਾਲਨ। ਡਮਾ ਡਮ ਡੋਲਨ ਡਲਾ ਡੁੱਕ ਡਾਲਨ। ਡਮ ਡਮ ਡੋਲ ਅਤੇ ਡਕ ਡਕ ਡਾਲਾਂ ਵੱਜ ਰਹੀਆਂ ਸਨ। ਗਾਹਾਂ ਜੂ ਗਜੇ ਹਯਨ ਹਲ ਚਾਲਨ। ਹਾਥੀਆਂ ਦੇ ਸਮੂਹ ਗਰਜ ਰਹੇ ਸਨ ਅਤੇ ਘੋੜਿਆਂ ਵਿੱਚ ਹਲਚਲ ਮਚੀ ਹੋਈ ਸੀ। ਸਟਾ ਸੱਟ ਸੈਲਨ ਕਹਾ ਖੂਨ ਖੰਗਨ। ਬਰਛਿਆਂ ਦੀ ਸੱਟ ਤੋਂ ਸੱਟ ਪੈ ਰਹੀ ਸੀ। ਖੂਨ ਰੰਗੀਆਂ ਤਲਵਾਰਾਂ ਆਪਸ ਵਿੱਚ ਕਹਿੰਦੀਆਂ ਸਨ। ਟੂਟੇ ਚਰਮ ਬਰਮਨ ਉਠੇ ਨਾਲ ਅੰਗਨ। ਡਾਲਾਂ ਅਤੇ ਕਵਚ ਟੁੱਟੇ ਪਏ ਸਨ ਅਤੇ ਬੰਦੂਕਾਂ ਵਿੱਚ ਅੱਗ ਨਿਕਲ ਰਹੀ ਸੀ। ਉਠੇ ਅਗ ਨਾਲਨ ਖਹੇ ਖੋਲ ਖਗਨ। ਸਿਰ ਦੇ ਟੋਪਾ ਖੋਲ ਉੱਤੇ ਤਲਵਾਰਾਂ ਵੱਜਦੀਆਂ ਸਨ ਅਤੇ ਅੱਗ ਦੀਆਂ ਚਿੰਗਾਰੀਆਂ ਨਿਕਲਦੀਆਂ ਸਨ। ਨਿਸਾ ਮਾਵਸੀ ਜਾਣ ਮਾਸਾਣ ਜੰਗਨ। ਮਾਨੋ ਮੱਸਿਆਂ ਦੀ ਰਾਤ ਸਮਝ ਕੇ ਭੂਤ ਪ੍ਰੇਤ ਜਾਗ ਪਏ ਹੋਣ। ਡਕੀ ਡਾਕਣੀ ਡਾਮਰੂ ਡੋਰ ਡੰਕਨ। ਡਾਕਣੀਆਂ ਡਕਾਰਨ ਲੱਗੀਆਂ ਸਨ ਅਤੇ ਡਮਰੂ ਡਕ ਡਕ ਕਰਦੇ ਵੱਜ ਰਹੇ ਸਨ। ਨਚੇ ਬੀਰ ਬੈਤਾਲ ਭੂਤਨ ਪਬੰਕਨ। ਬੀਰ ਬੈਤਾਲ ਅਤੇ ਭੂਤ ਭਬਕਾ ਮਾਰਦੇ ਹੋਏ ਨੱਚ ਰਹੇ ਸਨ। ਬੇਲੀ ਬਿਦਰਮ ਛੰਦ। ਸਰਬ ਸ਼ਸਤਰ ਆਵਤ ਪੇ ਜੀਤੇ। ਜਿਤਨੇ ਵੀ ਸ਼ਸਤਰਾਂ ਦੇ ਵਾਰ ਹੋ ਰਹੇ ਸਨ ਸਭ ਕਾਟ ਦੀਨ ਦੁਰਗਾ ਦੀਤੇ। ਉਤਨੇ ਹੀ ਦੁਰਗਾ ਨੇ ਸਭ ਕੱਟ ਦਿੱਤੇ ਸਨ। ਅਰ ਔਰ ਜੀਤਿਕ ਡਾਰੀਅਨ। ਹੋਰ ਵੀ ਜਿਤਨੇ ਅਸਤਰ ਵੈਰੀ ਸੁੱਟਦੇ ਸਨ ਤਿਉ ਕਾਟ ਭੂਮ ਉਤਾਰੀਅਨ। ਉਹਨਾਂ ਨੂੰ ਕੱਢ ਕੇ ਭੂਮੀ ਉੱਤੇ ਸੁੱਟ ਦਿੰਦੀ ਸੀ। ਸਰ ਆਪ ਕਾਲੀ ਛੰਡੀਆਨ। ਕਾਲੀ ਨੇ ਆਪ ਬਾਣ ਛੱਡੇ ਸਨ। ਸਰਬਾਸਤਰ ਸਤਰ ਬਹਿੰਡੀਆਨ। ਵੈਰੀ ਦੇ ਸਾਰੇ ਅਸਤਰ ਤੋੜ ਫੋੜ ਦਿੱਤੇ ਸਨ। ਸ਼ਸਤਰਹੀਨ ਜਬੇ ਨਿਹਾਰਿਓ। ਜਦੋਂ ਦੇਵਤਿਆਂ ਨੇ ਸੁੰਭ ਨੂੰ ਸ਼ਸਤਰਾਂ ਤੋਂ ਬਿਨਾਂ ਵੇਖਿਆ। ਜੈ ਸ਼ਬਦ ਦੇਵਨ ਉਚਾਰਿਓ। ਤਦੋਂ ਦੇਵਤਿਆਂ ਨੇ ਦੁਰਗਾ ਦਾ ਜੈ ਘੋਸ਼ ਕਰ ਦਿੱਤਾ। ਨਭ ਮਧ ਸਾਜਨ ਬਾਜਹੀ। ਆਕਾਸ਼ ਵਿੱਚ ਵਾਜੇ ਵੱਜਦੇ ਸਨ। ਅਵਿਲੋਕ ਦੇਵਾ ਗਾਜਹੀ। ਅਤੇ ਇਹ ਦ੍ਰਿਸ਼ ਵੇਖ ਕੇ ਦੇਵਤੇ ਗੱਜਣ ਲੱਗ ਗਏ ਸਨ। ਲਖ ਦੇਵ ਬਾਰਨ ਬਾਰਹੀ। ਸਾਰੇ ਦੇਵਤੇ ਦੇਵੀ ਨੂੰ ਬਾਰ ਬਾਰ ਵੇਖ ਕੇ ਜੈ ਸ਼ਬਦ ਸਰਬ ਪੁਕਾਰਹੀ। ਜੈ ਦਾ ਘੋਸ਼ ਕਰਨ ਲੱਗ ਗਏ ਸਨ। ਰਣਕੋਪ ਕਾਲ ਕਰਾਲੀਅਨ। ਰਣਕੋਪ ਕਾਲ ਕਰਾਲੀਅਨ। ਰਣਭੂਮੀ ਵਿੱਚ ਕਾਲੀ ਕ੍ਰੋਧ ਨਾਲ ਭਿਆਨਕ ਰੂਪ ਧਾਰ ਕੇ ਫਿਰ ਰਹੀ ਸੀ। ਕਟ ਅੰਗ ਪਾਣ ਉਛਾਲੀਅਨ। ਉਸ ਨੇ 6 ਹੱਥਾਂ ਵਿੱਚ ਭੁਜਾਵਾਂ ਨੂੰ ਉੱਤੇ ਉਛਾਲਿਆ ਹੋਇਆ ਸੀ।
ਉਸ ਨੇ 6 ਹੱਥਾਂ ਅਤੇ ਭੁਜਾਵਾਂ ਨੂੰ ਉੱਤੇ ਉਛਾਲਿਆ ਹੋਇਆ ਸੀ। ਸਿਰ ਸੁੰਭ ਹੱਥ ਦੁਛੰਦੀਆਂ। ਫਿਰ ਸੁੰਭ ਕੇ ਸਿਰ ਵਿੱਚ ਦੋਵਾਂ ਹੱਥ ਦੇ ਮਾਰੇ। ਇੱਕ ਚੋਟ ਦੁਸ਼ਟ ਬਹਿੰਡੀਆਂ। ਇੱਕੋ ਸੱਟ ਨਾਲ ਦੁਸ਼ਟ ਨੂੰ ਮਾਰ ਮੁਕਾਇਆ। ਦੋਹਰਾ। ਜਿੰਬ ਸੁੰਭਾਸੁਰ ਕੋ ਹਨਾ ਅਧਿਕ ਕੋਪ ਕੈ ਕਾਲ। ਹੇ ਕਾਲੀ, ਜਿਵੇਂ ਤੂੰ ਬਹੁਤ ਕ੍ਰੋਧ ਕਰਕੇ ਸੁੰਭ ਦੈਂਤ ਨੂੰ ਮਾਰਿਆ ਸੀ। ਤ੍ਰਯੋਂ ਸਾਧਨ ਕੇ ਸਤਰ ਸਭ ਚਾਬਤ ਜਾਹਾ ਕਰਾਲ। ਤਿਵੇਂ ਸੰਤਾਂ ਦੇ ਸਾਰੇ ਵੈਰੀਆਂ ਨੂੰ ਭਿਆਨਕ ਰੂਪ ਧਾਰ ਕੇ ਚੱਬ ਜਾਇਆ ਕਰ। ਇਤ ਸ਼੍ਰੀ ਬਚਿੱਤਰ ਨਾਟਕੇ ਚੰਡੀ ਚਰਿਤ੍ਰ ਸੁੰਭ ਬਧੇ ਖਸਟਮੋ ਧਿਆਏ ਸੰਪੂਰਨਮ ਸਤ ਸੁਭਮ ਸਤ। ਇੱਥੇ ਸ਼੍ਰੀ ਬਚਿੱਤਰ ਨਾਟਕ ਦੇ ਚੰਡੀ ਚਰਿਤ੍ਰ ਪ੍ਰਸੰਗ ਦੇ ਸੁੰਭ ਬਧ ਨਾਂ ਦੇ 6ਵੇਂ ਅਧਿਆਇ ਦੀ ਸ਼ੁਭ ਸਮਾਪਤੀ।